पंडित जी महेश चंद्र वशिष्ठ जी के कोलों उस परमात्मा दी रहमत ਦੇ वचन ਸਰਵਣ ਕੀਤੇ ਹਨ, ਜਿਨ੍ਹਾਂ ਦੇ ਵਿੱਚ ਸਾਨੂੰ ਉਹਨਾਂ ਨੇ ਉਸ ਪਰਮ ਪਿਤਾ ਪਰਮਾਤਮਾ ਦੇ ਨਾਲ ਜੋੜਿਆ ਹੈ। ਜਦ ਤੱਕ ਅਸੀਂ ਉਸ ਪਰਮਾਤਮਾ ਦੇ ਨਾਮ ਦੇ ਨਾਲ ਨਹੀਂ ਜੁੜਦੇ, ਉਨੀ ਦੇਰ ਤੱਕ ਸਾਡਾ ਮਨ ਜਿਹੜਾ ਹੈ ਉਹ ਸ਼ਾਂਤ ਨਹੀਂ ਹੁੰਦਾ। ਸੋ ਇਸੇ ਤਰ੍ਹਾਂ ਹੀ ਜੋ ਅੱਜ ਦਾ ਹਜ਼ੂਰ ਮਹਾਰਾਜ ਦਰਸ਼ਨਦਾਸ ਜੀ ਦਾ ਵੀ ਜੋ ਸ਼ਬਦ ਹੈ, ਉਹਨਾਂ ਦਾ ਮੁੱਖ ਵਾਕ ਜੋ ਹੈ ਉਸ ਦੇ ਬਾਰੇ ਵੀ ਮੈਨੂੰ ਸਮਝਾਉਂਦੇ ਹਨ ਕਿ ਧੰਨ ਨਾਨਕ ਜਸ਼ਵੰਤੀ ਨਿਰਾਧਾਰ ਤਾਮ ਪਹਿਲਾ ਤੈ ਹਰ ਨਾਮ ਜਪਿਓ ਜਿਸ ਉਸ ਨਾ ਦੁਖ ਨਾ ਡਰ ਜਮੇ ਫਾਇਦਾ ਜਿਸਨੂੰ ਮਨ ਪਾਵੇ ਤਿਸ ਤਿਲ ਸਮਾਏ ਅਸਾਂ ਆਸ ਲਗਾਏ ਕਬ ਦਰਸ ਹੋਸੀ ਮੋਹ ਰਾਮ ਰਘੁਰਾਈ तब कर्म कमाऊं जब अमृत नाम फल पाऊं तुद आवे ख्याल मोहे होवी दयाल मोको दीन जानो दर्शन राव खानो मैं तुद प्रीत लगाई दर्शन राव खानो। यकीन साध संगत जी, हजूर महाराज दर्शनदास जी ਆਪਣੇ ਸ਼ਬਦਾਂ ਦੇ ਰਾਹੀਂ ਸਾਨੂੰ ਇਹ ਸਮਝਾ ਰਹੇ ਹਨ ਕਿ ਜਿਸ ਵੀ ਜੀਵ ਨੇ ਉਸ ਪਰਮ ਪਿਤਾ ਪਰਮਾਤਮਾ ਦਾ ਨਾਮ ਜਪਿਆ ਹੈ ਜਾਂ ਉਸ ਨਾਮ ਦੇ ਨਾਲ ਆਪਣੇ ਮਨ ਨੂੰ ਜੋੜਿਆ ਹੈ, ਜੇ ਅਸੀਂ ਥੋੜਾ ਜਿਹਾ ਵੀ ਉਸ ਦਾ ਖਿਆਲ ਕੀਤਾ ਹੈ ਤੇ ਉਸ ਜੀਵ ਨੂੰ ਕਦੀ ਵੀ ਜੰਮ ਜਿਹੜੇ ਹਨ ਉਹ ਨਹੀਂ ਫੜਦੇ, ਨਾ ਹੀ ਉਹਨਾਂ ਨੂੰ ਕਿਸੇ ਚੀਜ਼ ਦਾ ਡਰ ਹੁੰਦਾ ਹੈ। ਕਹਿਣ ਦਾ ਭਾਵ ਹੈ ਕਿ ਜਦੋਂ ਅਸੀਂ ਉਸ ਪਰਮ ਪਿਤਾ ਪਰਮਾਤਮਾ ਦੇ ਨਾਲ ਜੁੜਦੇ ਹਾਂ, ਪਰ ਪਰਮਾਤਮਾ ਦੇ ਨਾਲ ਜੁੜਨ ਵਾਸਤੇ, ਉਸ ਦੇ ਨਾਲ ਜੋੜਨ ਵਾਸਤੇ ਸਾਨੂੰ ਕਿਸੇ ਨਾ ਕਿਸੇ ਮਹਾਂਪੁਰਸ਼ ਦੀ, ਸੰਤ ਦੀ, ਮਹਾਤਮਾ ਦੀ, ਸਾਈਂ ਦੀ ਜ਼ਰੂਰਤ ਹੁੰਦੀ ਹੈ, ਜਾਂ ਕਿਸੇ ਗੁਰਮੁਖ ਜੀਵ ਦੀ ਜਾਂ ਭਗਤ ਦੀ ਜ਼ਰੂਰਤ ਹੁੰਦੀ ਹੈ। ਜਦ ਤੱਕ ਸਾਨੂੰ ਕੋਈ ਪਰਮ ਪੁਰਖ ਜਾਂ ਕੋਈ ਸੰਤ, ਕੋਈ ਮਹਾਤਮਾ ਨਹੀਂ ਮਿਲਦਾ, ਅਸੀਂ ਉਸ ਪਰਮ ਪਿਤਾ ਪਰਮਾਤਮਾ ਨੂੰ ਯਾਦ ਤਾਂ ਕਰ ਸਕਦੇ ਹਾਂ, ਪਰ ਉਸ ਦੇ ਨਾਲ ਜੁੜ ਨਹੀਂ ਸਕਦੇ, ਕਿਉਂਕਿ ਜਿਹੜੀ ਮੈਗਨੈਟਿਕ ਹੁੰਦੀ ਹੈ, ਚੁੰਬਕ ਹੁੰਦੀ ਹੈ, ਉਹ ਤਦ ਹੀ ਲੋਹੇ ਨੂੰ ਖਿੱਚ ਸਕਦੀ ਹੈ ਜਦੋਂ ਉਹ ਉਸਦੇ ਕੋਲ ਹੋਵੇ ਜਾਂ ਉਹਦੇ ਨਾਲ ਉਹਦੀ ਅਟਰੈਕਸ਼ਨ ਹੋਵੇ। ਜਦ ਤੱਕ ਉਸਦੀ ਅਟਰੈਕਸ਼ਨ ਨਹੀਂ ਹੈ, ਉਹ ਜਿਹੜੀ ਮੈਗਨੈਟਿਕ ਹੈ ਉਹ ਲੋਹੇ ਨੂੰ
ਚੁੰਬਕ ਆਪਣੇ ਵੱਲ ਖਿਚਾਵ ਨਹੀਂ ਕਰ ਸਕਦੀ। ਐਸੇ ਤਰ੍ਹਾਂ ਹੀ ਨਾਮ ਰੂਪੀ ਜਿਹੜਾ ਸ਼ਬਦ ਹੈ, ਗੁਰੂ ਰੂਪੀ ਮੈਗਨੈਟਿਕ ਜਿਹੜਾ ਹੈ, ਉਹ ਤਦ ਹੀ ਉਹ ਗੁਰੂ ਸਾਨੂੰ ਆਪਣੇ ਵੱਲ ਖਿੱਚ ਸਕਦਾ ਹੈ ਜੇ ਸਾਡਾ ਨਾਮ ਰੂਪੀ ਸ਼ਬਦ ਜਿਹੜਾ ਹੈ ਉਹ ਉਸ ਚੁੰਬਕ ਦੇ ਨਾਲ ਜੁੜਨ ਵਾਸਤੇ ਤਿਆਰ ਹੋਵੇਗਾ। ਜਦ ਤੱਕ ਉਹ ਨਾਮ ਰੂਪੀ ਸ਼ਬਦ ਦੇ ਨਾਲ ਅਸੀਂ ਉਸ ਈਸ਼ਵਰ ਨਾਲ ਜੁੜਦੇ ਨਹੀਂ ਹਾਂ, ਕਿਉਂਕਿ ਵੀ ਬੜੀ ਸਮਝਾਇਆ ਕਿ ਸ਼ਬਦ ਤਾਂ ਬਹੁਤ ਹਨ, ਨਾਮ ਬਹੁਤ ਹਨ, ਪਰ ਗੁਰੂ ਜਿਹੜਾ ਹੈ ਉਹਦਾ ਜਿਹੜਾ ਆਸਰਾ ਹੈ ਉਹ ਕਿਸੇ ਨੂੰ ਹੀ ਮਿਲਦਾ ਹੈ। ਗੁਰੂ ਦੇ ਆਸਰੇ ਤੋਂ ਬਿਨਾਂ ਸਾਡਾ ਜਿਹੜਾ ਮਨ ਹੈ ਉਹ ਸ਼ਾਂਤ ਨਹੀਂ ਹੋ ਸਕਦਾ। ਕਹਿੰਦੇ ਕਬੀਰ ਸਾਹਿਬ ਸੁਣਨ, ਗੁਰੂ ਜੈਸਾ ਨਾ ਆਸਰਾ ਤੇ ਗੁਰੂ ਜੈਸਾ ਨਾ ਮੀਤ, ਗੁਰ ਕਿਰਪਾ ਤੇ ਹੀ ਪਾਈਏ ਚੰਚਲ ਮਨ ਪਰ ਜਿਤ। ਹੁਣ ਜਿਸ ਤਰ੍ਹਾਂ ਲੋਕ ਕਹਿ ਦਿੰਦੇ ਹਨ, ਜੇ ਜੀਵ ਕਹਿ ਦਿੰਦੇ ਹਨ, ਕੋਈ ਦਾਸ ਕਹਿ ਦਿੰਦੇ ਹਨ ਕਿ ਬਾਬਾ ਜੀ, ਮਹਾਰਾਜ ਜੀ, ਸਵਾਮੀ ਜੀ, ਸਾਡਾ ਮਨ ਨਹੀਂ ਲੱਗਦਾ। ਉਹ ਮਨ ਤਦ ਹੀ ਲੱਗੇਗਾ ਜੇ ਗੁਰੂ ਦੀ ਕਿਰਪਾ ਹੋਵੇਗੀ। ਕਹਿੰਦੇ ਗੁਰ ਕਿਰਪਾ ਤੇ ਪਾਈਏ ਚੰਚਲ ਮਨ ਪਰ ਜਿਤ। ਚੰਚਲ ਮਨ ਨੇ ਸਾਡਾ ਮਨ 24 ਘੰਟੇ ਇੱਧਰ ਉੱਧਰ ਭਟਕਦਾ ਰਹਿੰਦਾ ਹੈ, ਦਸਾਂ ਦਿਸ਼ਾਵਾਂ 'ਚ ਲੱਗਾ ਰਹਿੰਦਾ ਹੈ। ਪਰ ਇਸ ਮਨ ਨੂੰ ਤਦ ਹੀ ਅਸੀਂ ਉਸ ਨਾਲ ਜੋੜ ਸਕਦੇ ਹਾਂ ਜਦੋਂ ਸਾਨੂੰ ਕੋਈ ਸ਼ਬਦ ਦੇਵਨ ਵਾਲਾ, ਉਸ ਸ਼ਬਦ ਦੀ ਰਾਹ ਦਿਖਾਵਣ ਵਾਲਾ ਕੋ ਮਿਲੇਗਾ। ਤਾਂ ਕਿਉਂਕਿ ਸਤਸੰਗ ਦੇ ਵਿੱਚ ਹੀ ਉਸ ਨਾਰਾਇਣ ਦਾ ਆਸਣ ਹੁੰਦਾ ਹੈ, ਉਸ ਪਰਮਾਤਮਾ ਦਾ, ਅਕਾਲ ਪੁਰਖ ਦਾ ਬੈਠਣ ਦਾ ਸਥਾਨ ਹੈ। ਸਤਸੰਗ ਤੋਂ ਬਿਨਾਂ ਹੋਰ ਕਿਤੇ ਨਹੀਂ ਵਿਰਾਜਦੇ। ਵਿਰਾਜ ਸਭ ਜਗ੍ਹਾ ਤੇ, ਸਾਰੀ ਸ੍ਰਿਸ਼ਟੀ ਉਸ ਦੀ ਹੈ, ਕਣ ਕਣ ਦੇ ਵਿੱਚ ਸਮਾਇਆ ਹੋਇਆ ਹੈ। ਪਰ ਜਦ ਤੱਕ ਸਾਡੇ ਕੋਲ ਦ੍ਰਿਸ਼ਟੀ ਨਹੀਂ ਹੈ ਉਸ ਨੂੰ ਦੇਖਣ ਵਾਲੀ, ਉਸ ਨੂੰ ਮਿਲਣ ਵਾਲੀ, ਉਨੀ ਦੇਰ ਤੱਕ ਅਸੀਂ ਉਸ ਨੂੰ ਜਾਣ ਨਹੀਂ ਸਕਦੇ। ਨਾ ਹੀ ਇਹ ਮਨ ਜਿਹੜਾ ਹੈ ਉਹਦੇ ਨਾਲ ਜੁੜ ਸਕਦਾ ਹੈ। ਕਦੋਂ ਤੱਕ? ਜਦ ਤੱਕ ਅਸੀਂ ਉਸ ਦੇ ਭਾਣੇ ਦੇ ਵਿੱਚ ਨਹੀਂ ਆ ਜਾਂਦੇ, ਉਸ ਦੇ ਹੁਕਮ ਦੇ ਅੰਦਰ ਨਹੀਂ ਆ ਜਾਂਦੇ। ਜੋ ਆਦਿ ਪੁਰਖ ਦਾ ਆਦੇਸ਼ ਹੈ ਉਹਦੇ ਨਾਲ ਨਹੀਂ ਜੁੜ ਜਾਂਦੇ ਉਨੀ ਦੇਰ ਤੱਕ। ਕਬੀਰ ਭਾਈ ਗੁਰਦਾਸ ਜੀ ਸਮਝਾਉਂਦੇ ਨੇ ਇਹਦੇ ਬਾਰੇ, ਗੁਰੂ ਮੂਰਤ, ਗੁਰੂ ਸ਼ਬਦ, ਜਦ ਤੱਕ ਗੁਰੂ ਮੂਰਤ ਔਰ ਗੁਰੂ ਸ਼ਬਦ ਜਿਹੜਾ ਹੈ ਲੀਨ ਨਹੀਂ ਹੋਏ, ਕਾਹਦੇ ਵਿੱਚ? ਸਤਸੰਗ ਦੇ ਵਿੱਚ। ਗੁਰੂ ਮੂਰਤ ਗੁਰੂ ਸ਼ਬਦ ਲੀਨ ਹੋਏ ਸਤਸੰਗ ਤੇ ਆਸਨ ਨਾਰਾਇਣਾ। ਆਸਨ ਜਿਹੜਾ ਹੈ, ਅਸਲੀ ਆਸਨ ਸਾਡਾ ਇਹ ਹਿਰਦਿਆ ਹੈ। ਬਾਹਰਲੇ ਆਸਨ ਜਿਹੜੇ ਹਨ ਇਹ ਟੈਂਪਰੇਰੀ ਹਨ, ਪਰ ਅਸਲੀ ਆਸਨ ਜਿਹੜਾ ਹੈ ਉਸ ਮਾਲਕ ਦਾ, ਉਸ ਪਰਮਾਤਮਾ ਦਾ, ਉਸ ਨਾਰਾਇਣ ਦਾ, ਉਹ ਤੁਹਾਡਾ ਇਹ ਹਿਰਦੇ ਹੈ। ਕਹਿੰਦੇ ਇਸ ਹਿਰਦੇ ਦੇ ਅੰਦਰ ਕਦੋਂ ਆਸਨ ਲੱਗੇਗਾ? ਤੇ ਭਾਈ ਗੁਰਦਾਸ ਜੀ ਸਮਝਾਉਂਦੇ ਨੇ ਉਹਦੇ ਬਾਰੇ, ਆਦਿ ਪੁਰਖ ਆਦੇਸ਼ ਕਰ, ਕਿ ਜੋ ਉਸ ਆਦਿ ਪੁਰਖ ਜਿਹੜਾ ਹੈ, ਉਹਨਾਂ ਆਦਿ ਪੁਰਖ ਦਾ ਪਤਾ ਹੀ ਨਹੀਂ ਕਿਸੇ ਨੂੰ ਆਦਿ ਪੁਰਖ ਹੈ ਕੋਈ। ਤੇ ਮਹਾਰਾਜ ਜੀ ਸਮਝਾਉਂਦੇ ਨੇ ਬਾਣੀ ਦੇ ਅੰਦਰ, ਜਗਤ ਮੇਂ ਇੱਕੋ ਪੁਰਖ ਹੈ, ਬਾਕੀ ਸਗਲੇ ਨਾਲ। ਜਿਸ ਨੇ ਇਸ ਸ੍ਰਿਸ਼ਟੀ ਦੀ ਰਚਨਾ ਕੀਤੀ ਹੈ, ਅਸੀਂ ਉਸ ਨੂੰ ਇੱਕ ਪੁਰਖ ਦਾ ਨਾਮ ਦਿੱਤਾ ਗਿਆ ਹੈ। ਤੇ ਅਸੀਂ ਜਿੰਨੀਆਂ ਵੀ, ਚਾਹੇ ਮਰਦ ਹਨ, ਚਾਹੇ ਬੰਦੇ ਹਨ, ਚਾਹੇ ਜੀਵ ਹਨ, ਜੰਤੂ, ਚਾਹੇ ਔਰਤਾਂ, ਉਹ ਸਾਰੀਆਂ ਹੀ ਉਸ ਪਰਮਾਤਮਾ ਦੀਆਂ ਨਾਰਾਂ ਹਨ, ਇਸਤਰੀਆਂ ਹਨ, ਕਿਉਂਕਿ ਉਹ ਇੱਕ ਪਰਮਾਤਮਾ ਹੈ। ਅਸੀਂ ਸਾਰੇ ਉਹਦੇ ਆਤਮਾਵਾਂ ਹੈ। ਆਤਮਾ ਨੂੰ ਨਾਰੀ ਕਹਿ ਕੇ ਯਾਦ ਕੀਤਾ ਜਾਂਦਾ ਹੈ। ਕਹਿੰਦੇ ਆਦਿ ਪੁਰਖ ਦਾ ਆਦੇਸ਼ ਕਰ, ਕੀ ਦੇ? ਅੰਮ੍ਰਿਤ ਵੇਲੇ ਸ਼ਬਦ ਆਹਾਰੀ, ਕਿ ਜਿਹੜਾ ਅੰਮ੍ਰਿਤ ਵੇਲਾ ਹੈ ਸਵੇਰ ਨੂੰ ਤੜਕੇ ਦਾ, ਉਸ ਵੇਲੇ
ਜਿਹੜਾ ਸਾਡਾ ਭੋਜਨ ਹੈ, ਆਹਾਰ ਦਾ ਮਤਲਬ ਹੁੰਦਾ ਹਰ ਜਿਹੜਾ ਅਸੀਂ ਭੋਜਨ ਕਰਦੇ ਹਾਂ, ਉਹ ਸਾਡਾ ਹੈ ਸ਼ਬਦ ਨਾਮ। ਪੂਰੇ ਸ਼ਬਦ ਦੀ ਵਿਆਖਿਆ ਇਸ ਤਰ੍ਹਾਂ ਹੈ, ਭਗਤ ਭਾਈ ਗੁਰਦਾਸ ਜੀ ਸਮਝਾਉਂਦੇ ਹਨ ਕਿ ਜਦ ਤੱਕ ਅਸੀਂ ਉਸ ਆਦੇਸ਼ ਮਾਲਕ ਦਾ ਨਹੀਂ ਮੰਨਦੇ ਔਰ ਅੰਮ੍ਰਿਤ ਵੇਲੇ ਉੱਠ ਕੇ ਉਸ ਨਾਮ ਦੇ ਨਾਲ ਭੋਜਨ ਜਿਹੜਾ ਹੈ, ਆਪਣੀ ਆਤਮਾ ਦੀ ਖੁਰਾਕ ਹੈ, ਆਤਮਾ ਦਾ ਜਿਹੜਾ ਭੋਜਨ ਹੈ ਉਹ ਹੈ ਨਾਮ। ਜਦ ਤੱਕ ਅਸੀਂ ਇਸ ਆਤਮਾ ਨੂੰ ਉਸ ਨਾਮ ਦਾ ਭੋਜਨ ਨਹੀਂ ਦਿੰਦੇ ਔਰ ਗੁਰੂ ਮੂਰਤ ਔਰ ਗੁਰੂ ਦੀ ਸ਼ਕਲ, ਗੁਰੂ ਦੀ ਸੂਰਤ ਜਿਹੜੀ ਹੈ ਉਹ ਆਪਣੇ ਦਸਵੇਂ ਦਵਾਰ ਤੱਕ ਟਿਕਾਓ ਨਹੀਂ ਕਰਦੇ ਔਰ ਗੁਰੂ ਸ਼ਬਦ, ਗੁਰੂ ਦਾ ਸ਼ਬਦ ਜਿਹੜਾ ਹੈ ਔਰ ਉਸਨੂੰ ਅਸੀਂ ਸਤਸੰਗ ਦੇ ਵਿੱਚ ਜਾ ਕੇ ਧਿਆਨ ਦੇ ਨਾਲ ਸੁਣਦੇ ਨਹੀਂ ਹਾਂ, ਧਿਆਨ ਦੇ ਨਾਲ ਜੁੜਦੇ ਨਹੀਂ ਹਾਂ, ਅਸੀਂ ਕਾਲ ਦੇ ਮਗਰ ਹੀ ਪਏ ਰਹਿੰਦੇ ਹਾਂ। ਅੱਗੇ ਵੀ ਬੜੀ ਵਿਸਮਤ, ਸਾਡਾ ਸਭ ਤੋਂ ਵੱਡਾ ਦੁਸ਼ਮਣ ਹੈ ਇਸ ਵੇਲੇ ਜਿਹੜਾ ਹੈ ਉਹ ਹੈ ਟੈਲੀਫੋਨ। ਸਾਨੂੰ ਟੈਲੀਫੋਨ ਜਿਹੜਾ ਸਾਡਾ ਹੈ ਉਹ ਸਾਡਾ ਸਭ ਤੋਂ ਵੱਡਾ ਕਾਲ ਹੈ, ਕਿਉਂਕਿ ਉਸ ਟੈਲੀਫੋਨ ਦੇ ਨਾਲ ਨਾ ਤਾਂ ਅਸੀਂ ਆਪਣੇ ਬੱਚਿਆਂ ਨੂੰ ਟਾਈਮ ਦੇ ਸਕਦੇ ਹਾਂ, ਨਾ ਅਸੀਂ ਗੁਰਦੁਆਰਾ ਲੈ ਜਾਂਦੇ ਹਾਂ, ਗੁਰਦੁਆਰੇ ਜਾਣ ਟਾਈਮ ਟੈਲੀਫੋਨ ਨਾਲ ਹੁੰਦਾ ਹੈ, ਮੰਦਿਰ ਜਾਣੇ ਟਾਈਮ ਟੈਲੀਫੋਨ ਨਾਲ ਹੁੰਦਾ ਹੈ, ਸਤਸੰਗ ਜਾਣੇ ਟਾਈਮ ਟੈਲੀਫੋਨ ਨਾਲ ਹੁੰਦਾ ਹੈ। ਸਾਨੂੰ ਟੈਲੀਫੋਨ ਦਾ ਤਾਂ ਕਿ ਸਮਝ ਨਹੀਂ ਲੱਗੀ, ਨਾ ਮੈਨੂੰ ਸਮਝ ਲੱਗੀ ਨਾ ਕਿਸੇ ਹੋਰ ਨੂੰ ਸਮਝ ਲੱਗੀ ਹੈ ਕਿ ਇਸ ਟੈਲੀਫੋਨ ਦਾ ਮਤਲਬ ਕੀ ਹੈ। ਟੈਲੀਫੋਨ ਜਿਹੜੇ ਹਨ ਇਹ ਸਾਡੇ ਲਈ ਸਿਰਫ ਇੱਕ ਕਨੈਕਸ਼ਨ ਹੈ, ਇੱਕ ਜੀਵਨ ਨਾਲ ਮਿਲਣ ਦਾ। ਜਦੋਂ ਪੁਰਾਣੇ ਜ਼ਮਾਨਿਆਂ ਦੇ ਵਿੱਚ ਟੈਲੀਫੋਨ ਨਹੀਂ ਸਨ, ਟੀਵੀ ਨਹੀਂ ਸਨ, ਰੇਡੀਓ ਨਹੀਂ ਸਨ, ਤੇ ਜੀਵ ਆਰਾਮ ਨਾਲ ਜਾ ਕੇ ਗੁਰਦੁਆਰੇ ਜਾ ਕੇ ਪਾਠ ਸੁਣਦਾ ਸੀ, ਕੀਰਤਨ ਸੁਣਦਾ ਸੀ, ਮੰਦਿਰ ਜਾ ਕੇ ਆਰਾਮ ਨਾਲ ਬੈਠ ਕੇ ਨਾਰਾਇਣ ਦੀ ਪੂਜਾ ਕੀਤੀ ਜਾਂਦੀ ਸੀ, ਸ਼ੰਕਰ ਦੀ ਪੂਜਾ ਕੀਤੀ ਜਾਂਦੀ ਸੀ, ਹਨੂੰਮਾਨ ਜੀ ਦਾ ਭਜਨ ਕੀਤਾ ਜਾਂਦਾ ਸੀ। ਜਦੋਂ ਸਤਸੰਗ ਤੇ ਜਾਂਦੇ ਸੀ ਤੇ ਕੋਈ ਡਿਸਟਰਬੈਂਸ ਨਹੀਂ ਹੁੰਦੀ, ਕੋਈ ਟੈਂਟਰੀਆਂ ਨਹੀਂ ਵੱਜਦੀ ਸੀ। ਇਸ ਕਰਕੇ ਉਹ ਟੈਲੀਫੋਨ ਜਿਹੜਾ ਹੈ, ਜਦੋਂ ਤੁਸੀਂ ਕਿਤੇ ਜਾਂਦੇ ਹੋ ਉਸ ਟੈਲੀਫੋਨ ਨੂੰ ਕੋਸ਼ਿਸ਼ ਇਹ ਕਰਿਆ ਕਰੋ, ਸਪੈਸ਼ਲੀ ਇੱਕ ਮੰਦਿਰ ਗੁਰਦੁਆਰੇ ਦੇ ਵਿੱਚ ਜਾਂਦੇ ਹੋ ਜਾਂ ਕਿਸੇ ਸਤਸੰਗ ਜਾਂ ਟੈਲੀਫੋਨ ਨੂੰ ਬੰਦ ਰੱਖੋ 1 ਘੰਟੇ ਜਾਂ 2 ਘੰਟੇ ਜਿੰਨੀ ਦੇਰ ਵਿੱਚ ਜਾਂਦੇ ਹੋ। ਤੁਹਾਨੂੰ ਕੋਈ ਖਾਸ ਇੰਪੋਰਟੈਂਟ ਮੈਸੇਜ ਨਹੀਂ ਹੁੰਦੇ ਉਹਨਾਂ ਦੇ ਵਿੱਚ, ਕਿ ਬਹੁਤ ਜ਼ਿਆਦਾ ਖਾਸ ਇੰਪੋਰਟੈਂਟ ਮੈਸੇਜ ਹੁੰਦੇ ਹਨ, ਕਿਤੇ ਹੀ ਹੋਇਆ ਸ਼ਾਇਦ ਕੋਈ ਇੱਕ ਅੱਧਾ ਇੰਪੋਰਟੈਂਟ ਹੋ ਸਕਦਾ ਹੈ, ਪਰ ਨਹੀਂ ਜ਼ਿਆਦਾ ਇੰਪੋਰਟੈਂਟ ਕੁਛ ਨਹੀਂ ਹੁੰਦਾ ਉਹਨਾਂ ਦੇ ਵਿੱਚ। ਤੇ ਉਹ ਮਨ ਜਿਹੜਾ ਹੈ, ਜਦੋਂ ਟਰਿੰਕ ਵੱਜਦੀ ਹੈ ਤੁਹਾਡੇ ਮਨ ਦੀ ਜਿਹੜੀ ਲਿਵ ਹੈ ਟੁੱਟ ਜਾਂਦੀ ਹੈ, ਤੇਰਾ ਧਿਆਨ ਨਹੀਂ ਲੱਗਦਾ। ਫਿਰ ਅਸੀਂ ਕਹਿ ਦਿੰਦੇ ਹਾਂ ਅਸੀਂ ਮੰਦਿਰ ਗਏ, ਗੁਰਦੁਆਰੇ ਗਏ, ਕੰਮ ਨਹੀਂ ਹੋਇਆ, ਮਹਾਰਾਜ ਨੇ ਰਹਿਮਤ ਨਹੀਂ ਕੀਤੀ। ਕਿਆ ਅਸੀਂ ਆਪਣੇ ਆਪ ਨੂੰ ਉਸ ਪਰਮਾਤਮਾ ਨੂੰ ਆਪਣਾ ਮੀਤ ਸਮਝੇ ਜਦੋਂ ਉੱਪਰ ਗਿਆ? गुरु जैसा ना आसरा, गुरु जैसा ना मीत, गुरु जैसा कोई भी मित्र नहीं है। कबीर साहब भी समझाते हैं, कबीरा जगत में आके बहुत से किन्ने मीत, जिन दिल बांधा एक से वो सोई निश्चित। कबीर साहब ने अज तो 500 550 साल पहला अपनी बचपन में रचना की, हूँ उस वेले कर दिता। किसी संसार के विच आन के अपने बहुत ज़्यादा दोस्त मित्र सखियां सखे इकट्ठे कर ले, पर जिन्हों के कोल एक मित्र है तो एक अच्छा दोस्त है, एक अच्छा साथी है, तो जिहड़ी उहदी मित्रता है, उहदा घनिष्ठ है, जिहड़ा संबंध जिहड़ा है वो सदा ही सुखमय रहिंदा है। पर कहते जिहने एक ना दिल लाया वो रात नूं निश्चिंत होकर सो जाता है। उन्होंने कहण दा भाव सी, जे असीं एक अपने मुर्शिद नूं, उस परम पिता परमात्मा नूं जिसनूं तुसीं मंनदे हो, जिन्होंने तुहाडा विश्वास है, राम है, कृष्ण है, वाहिगुरू है, जिन्होंने तुसीं याद करते हो, महाराज दर्शन दास है, उहदे नाल एक नाल तुसीं दिल ला लिया, एक नाल मन ला लिया,
ਤੁਹਾਡਾ ਮਨ ਜਿਹੜਾ ਹੈ ਉਹ ਟਿਕਿਆ ਰਹੇਗਾ ਤੇ ਉਹ ਰਾਤ ਨੂੰ ਆਰਾਮ ਦੇ ਨਾਲ ਰਿਲੈਕਸ ਉਹਨਾਂ ਨੂੰ ਕੋਈ ਵੀ ਮਾਰੇ ਕਹਿੰਦੇ ਦੁੱਖ ਹੋਰ ਸੰਤਾਪ ਨਹੀਂ ਲੱਗਦਾ। ਜਦ ਤੱਕ ਅਸੀਂ ਸਤਸੰਗ ਦਾ ਮਤਲਬ ਕਿੰਨੀ ਵਾਰੀ ਅਸੀਂ ਸਤਸੰਗ ਦਾ ਮਤਲਬ ਇਹੀ ਹੈ ਕਿ ਤੁਹਾਨੂੰ ਸਿਰਫ ਔਰ ਸਿਰਫ ਉਸ ਪਰਮ ਪਿਤਾ ਪਰਮਾਤਮਾ ਨਾਲ ਜੋੜਨਾ ਔਰ ਤੁਹਾਡੇ ਜਿਹੜੇ ਸੰਸਾਰਿਕ ਦੁੱਖ ਹਨ ਉਹਨਾਂ ਨੂੰ ਕੱਟਣਾ। ਹੋਣਾ ਉਹੀ ਹੈ ਜੋ ਉਸ ਪਰਮਾਤਮਾ ਨੂੰ ਪਾਉਂਦਾ ਹੈ। ਉਹਦੇ 'ਚ ਨਾ ਮੈਂ ਕੁਝ ਕਰ ਸਕਦਾ ਹੈ, ਨਾ ਇਹ ਕਰ ਸਕਦੇ ਨਾ ਕੋਈ ਹੋਰ ਕੁਝ ਕਰ ਸਕਦਾ ਹੈ। ਬੜੀ ਵਿਧ ਲਿਖੀ ਗਈ, ਕਹਿੰਦੇ ਸੋਈ ਹੋ ਜੋ ਰਾਮ ਰਚਰਤ ਕਰ ਕਰ ਤਰਕ ਬਦਾਵੇ ਸਾਥ। ਤੁਲਸੀਦਾਸ ਜੀ ਸਮਝਾ ਰਹੇ ਹਨ ਸਾਨੂੰ ਕਿ ਹੋਣਾ ਉਹੀ ਹੈ ਜੋ ਉਸ ਪ੍ਰਭੂ ਰਾਮ ਨੇ ਲਿਖ ਦਿੱਤਾ ਹੈ, ਜੋ ਉਸ ਨਾਰਾਇਣ ਨੇ ਲਿਖ ਦਿੱਤਾ ਹੈ, ਜੋ ਵਿਦ ਮਾਤਾ ਨੇ ਲਿਖ ਦਿੱਤਾ ਹੈ। ਅਸੀਂ ਮਾੜੀ ਗੱਲ ਹੁੰਦੀ ਹੈ, ਕੋਈ ਦੁੱਖ ਤਕਲੀਫ, ਅਸੀਂ ਉਹਨੂੰ ਕਹਿੰਦੇ ਕਰ ਕਰ ਤਰਕ ਬੜਾਵੇ ਸਾਖਾ। ਤਰਕਾਂ ਦੇ ਵਿੱਚ ਪੈ ਜਾਂਦੇ ਹਾਂ। ਮੈਂ ਮੰਦਿਰ ਗਿਆ ਸੀ, ਮੇਰਾ ਕੰਮ ਨਹੀਂ ਹੋਇਆ, ਮੈਂ ਗੁਰਦੁਆਰੇ ਗਿਆ ਸੀ, ਮੇਰਾ ਇਹ ਕੰਮ ਨਹੀਂ। ਆਪਸ ਵਿੱਚ ਇੱਕ ਦੂਜੇ ਨਾਲ ਬਹਿਸ ਕਰਦੇ ਰਹਿੰਦੇ, ਇੱਕ ਦੂਸਰੇ ਦੇ ਨਾਲ ਜਾ ਕੇ ਗੱਲਾਂ ਕਰਦੇ ਆ ਕਿ ਮੈਂ ਗੁਰਦੁਆਰੇ ਇੰਨੀ ਦੇਰ ਹੋ ਗਈ, ਆਦਮੀ ਮੇਰਾ ਆਹ ਕੰਮ ਕਿਹਾ ਸੀ, ਮੇਰਾ ਕੰਮ ਨਹੀਂ ਹੋਇਆ। ਕਿਉਂਕਿ ਅਸੀਂ ਸਿਰਫ ਕੰਮਾਂ ਤੱਕ ਹੀ ਸੀਮਤ ਹਾਂ ਤੇ ਕੰਮ ਤਾਂ ਕਦੇ ਹੋਣੇ ਨਹੀਂ, ਮੁੱਕਣੇ ਨਹੀਂ ਕੰਮ ਤਾਂ ਤੁਹਾਡੇ ਕਦੀ ਨਹੀਂ ਮੁੱਕਣੇ ਕੰਮ ਤਾਂ। ਤੇ ਨਾ ਹੀ ਉਸ ਦਾ ਕੰਮ ਹੈ ਤੁਹਾਡੇ ਕੰਮ ਕਰਨਾ, ਉਹ ਤੁਹਾਡੇ ਕੰਮ ਕਰਨ ਵਾਸਤੇ ਨਹੀਂ ਹੈ ਪਰਮਾਤਮਾ। ਉਹ ਸਾਨੂੰ 84 ਲੱਖ ਜੂਨ ਚੋਂ ਕੱਢਣ ਵਾਸਤੇ ਹੈ। ਇਸ ਕਰਕੇ ਹੀ ਜਦ ਤੱਕ ਸਾਨੂੰ ਉਸ ਸ਼ਬਦ ਦਾ ਗਿਆਨ ਨਹੀਂ ਹੈ, ਸ਼ਬਦ ਦਾ ਨਾਮ ਦਾ ਵਿਸਤਾਰ ਨਹੀਂ ਪਤਾ। ਸਾਧੂ ਕੋਈ ਕਿਸੇ ਚੀਜ਼ ਦਾ ਨਾਮ ਨਹੀਂ ਹੈ, ਸਾਧੂ ਕਿਸੇ ਬੰਦੇ ਦਾ ਨਾਮ ਨਹੀਂ ਹੈ, ਸਾਧੂ ਸੰਤ ਕਿਸੇ ਬੰਦੇ ਦਾ ਨਾਮ ਨਹੀਂ ਹੈ। जिस के भी संत को बंदा संत है नहीं, संत नाम है उस परम पिता परमात्मा का। कहते सा ना ता संत, ना नहीं लिखा होंगे, सा दे बिंदी होंगी है संत लिखने वास्ते। सा का सत, ना का मतलब है निरंकार, जिसके कोल उस निरंकार का निचोड़ है, जो उस अकाल पुरख नूं जो जानता है, जो उसने मिलिया होया है, वो तुहानूं नहीं दिखा सकता मैं मिलिया कि नहीं मिलिया, क्यों अंतर की गल तक तू ही जाने क्या हो सी हुण मत्था टेकण की जरूरत नहीं है, वो मत्थियां विच नहीं है। असीं जाके नक रगड़ते हाँ, सब कुछ करते हैं, पर अंदर साडे कपट भरिया होया है तो कोई फायदा नहीं। उस निरंकार को समझना है, उस अकाल पुरख को समझना है, दुख कटते हैं। उस संत शरण के आए कट्टे जाते हैं। कहते माया मोह परंपो काटे, संत शरण जो जन आवे, जैसा मनोरथ कर आराधे, तैसा संतन दे पावे। तो महाराज भी कहते हैं कि उस जीव नूं दुख संताप नहीं लगता जिहड़ा उस नाम नाल जुड़िया हुआ है। असीं वो नहीं विचारते। मन कहते सफल मूर्त सफला घड़ी जे सच्चे नाल पिया, दुख संताप ना लागे, जे हर का नाम अदा, वहां पकड़ गुरु काढ़ियो सोई उतरे पार। कहते सफल मुहूर्त सफला घड़ी, हर एक समय हर एक मुहूर्त सफल है। कोई इतना का समय नहीं है जो खराब हो सकता है। जब सारी सृष्टि उस मालिक दी है, उस निरंकार दी है, कृष्ण दी है, राम दे नारायण दी है, तो केड़ा समय खराब हो सकता है। तारे उसने बनाए, क्या उन्हें तारे खराब बनाए? सूरज की उसने रचना की, क्या सूरज खराब बनाया? चंद्रमा ने उसने रचना की, क्या चंद्रमा खराब बनाया? समुद्र की रचना की, नवग्रहां की रचना की, किहड़ी चीज की रचना नहीं की? सारी